ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਭਾਰਤ ਦਾ ਚੋਣ ਆਯੋਗ ਕਿਹੜੇ-ਕਿਹੜੇ ਕੰਮ ਕਰਦਾ ਹੈ, ਉਸ ਦੀਆਂ ਕੀ-ਕੀ ਜ਼ਿੰਮੇਵਾਰੀਆਂ ਹਨ ਅਤੇ ਕੀ-ਕੀ ਸ਼ਕਤੀਆਂ ਹਨ। ਭਾਰਤੀ ਚੋਣ ਆਯੋਗ ਦੇ ਬਹੁਤੇ ਕੰਮ ਸੰਵਿਧਾਨ ਦੇ ਆਰਟੀਕਲ 324 ਦੇ ਵਿੱਚੋਂ ਨਿਕਲਦੇ ਹਨ। ਆਰਟੀਕਲ 324 ਵਿੱਚ ਲਿਖਿਆ ਹੈ ਕਿ ਚੋਣਾਂ ਦੀ ਨਿਗਰਾਨੀ, ਨਿਰਦੇਸ਼ਨ ਅਤੇ ਨਿਯੰਤਰਣ ਕਰਨਾ ਚੋਣ ਆਯੋਗ ਦਾ ਕੰਮ ਹੋਏਗਾ। ਸੁਪਰਿੰਟੈਂਡੈਂਸ, ਡਾਇਰੈਕਸ਼ਨ ਐਂਡ ਕੰਟਰੋਲ ਆਫ ਇਲੈਕਸ਼ਨ ਸ਼ੈਲ ਬੀ ਵੈਸਟਡ ਇਨ ਦੀ ਇਲੈਕਸ਼ਨ ਕਮਿਸ਼ਨ। ਇਹ ਜੋ ਤਿੰਨੋਂ ਸ਼ਬਦ ਨੇ, ਨਿਗਰਾਨੀ, ਨਿਰਦੇਸ਼ਨ ਅਤੇ ਨਿਯੰਤਰਣ, ਇਹ ਚੋਣ ਆਯੋਗ ਨੂੰ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਵੀ ਸੌਂਪਦੇ ਨੇ ਅਤੇ ਬਹੁਤ ਜ਼ਿਆਦਾ ਸ਼ਕਤੀਆਂ ਨਾਲ ਵੀ ਲੈਸ ਕਰਦੇ ਨੇ। ਕੁੱਲ ਮਿਲਾ ਕੇ ਇਹਨਾਂ ਤਿੰਨੇ ਸ਼ਬਦਾਂ ਦੇ ਆਧਾਰ ਤੇ ਸਾਫ਼ ਸੁਥਰੀਆਂ ਚੋਣਾਂ ਕਰਵਾਉਣਾ, ਨਿਰਪੱਖ ਚੋਣਾਂ ਕਰਵਾਉਣਾ, ਉਹ ਪੂਰੀ ਤਰ੍ਹਾਂ ਨਾਲ ਚੋਣ ਆਯੋਗ ਦੀ ਜ਼ਿੰਮੇਵਾਰੀ ਹੈ, ਚੋਣ ਆਯੋਗ ਦੀ ਅਥਾਰਟੀ ਹੈ। ਚੋਣਾਂ ਕਰਵਾਉਣ ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ ਮਤਦਾਤਾ ਸੂਚੀਆਂ ਤਿਆਰ ਕਰਨ ਤੋਂ। ਰਾਜਾਂ ਦੇ ਵਿਧਾਨ ਮੰਡਲ, ਸੰਸਦ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਸਾਰੀਆਂ ਹੀ ਚੋਣਾਂ ਨੇ ਜੋ ਭਾਰਤ ਦਾ ਚੋਣ ਆਯੋਗ ਕਰਵਾਉਂਦਾ ਹੈ। ਇਹਨਾਂ ਚੋਣਾਂ ਨੂੰ ਕਰਵਾਉਣ ਦਾ ਸਭ ਤੋਂ ਪਹਿਲਾ ਪ੍ਰੋਸੈਸ ਹੁੰਦਾ ਹੈ ਜਿਸ ਕਿਸੇ ਸੀਟ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਨੇ, ਉਸ ਸੀਟ ਲਈ ਜਿਹੜੇ ਐਲੀਜੀਬਲ ਵੋਟਰ ਨੇ ਉਹਨਾਂ ਦੀ ਇੱਕ ਸੂਚੀ ਤਿਆਰ ਕਰਨਾ, ਇੱਕ ਲਿਸਟ ਤਿਆਰ ਕਰਨਾ, ਜਿਸ ਨੂੰ ਅਸੀਂ ਮਤਦਾਤਾ ਸੂਚੀ ਕਹਿੰਦੇ ਹਾਂ। ਮਤਦਾਤਾ ਸੂਚੀ ਤਿਆਰ ਕਰਨਾ ਕੋਈ ਵਨ ਟਾਈਮ ਪ੍ਰੋਸੈਸ ਨਹੀਂ ਹੈ। ਹਰ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਤਿਆਰ ਕੀਤੀ ਜਾਂਦੀ ਹੈ, ਅਪਡੇਟ ਕੀਤੀ ਜਾਂਦੀ ਹੈ। ਹਰ ਸਾਲ ਵੀ ਇਹਨਾਂ ਦੀ ਸੁਧਾਈ ਕੀਤੀ ਜਾਂਦੀ ਹੈ। ਜਿਸ ਵਿਅਕਤੀ ਦੀ ਐਲੀਜੀਬਿਲਿਟੀ ਖਤਮ ਹੋ ਗਈ ਹੈ, ਕਿਸੇ ਦੀ ਡੈਥ ਹੋ ਗਈ ਹੈ, ਉਸ ਦੀ ਵੋਟ ਕੱਟੀ ਜਾਂਦੀ ਹੈ। ਜੋ ਨਵੇਂ ਬੱਚੇ ਬਾਲਗ ਹੋਏ ਨੇ, 18 ਸਾਲ ਦੀ ਉਮਰ ਪੂਰੀ ਕੀਤੀ ਹੈ, ਉਹਨਾਂ ਦੀਆਂ ਵੋਟਾਂ ਨਵੀਆਂ ਦਰਜ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਮਤਦਾਤਾ ਸੂਚੀਆਂ ਨੂੰ ਬਣਾਉਣ ਦਾ ਕੰਮ, ਇਹਨਾਂ ਦੀ ਸੁਧਾਈ ਦਾ ਕੰਮ, ਇਹ ਇੱਕ ਕੰਟੀਨਿਊਅਸ ਪ੍ਰੋਸੈਸ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਦੂਸਰੀ ਵੱਡੀ ਜ਼ਿੰਮੇਵਾਰੀ ਹੈ ਇਲੈਕਸ਼ਨ ਕਮਿਸ਼ਨ ਦੀ ਰਾਜਨੀਤਿਕ ਦਲਾਂ ਦਾ ਪੰਜੀਕਰਨ ਜਾਂ ਰਜਿਸਟ੍ਰੇਸ਼ਨ। ਜਿਹੜਾ ਵੀ ਸਮੂਹ ਆਪਣੇ ਆਪ ਨੂੰ ਪੋਲੀਟੀਕਲ ਪਾਰਟੀ ਦੇ ਤੌਰ ਤੇ ਦਰਜ ਕਰਵਾਉਣਾ ਚਾਹੁੰਦਾ ਹੈ, ਪੋਲੀਟੀਕਲ ਪਾਰਟੀ ਦੇ ਤੌਰ ਤੇ ਮੰਨਣਾ ਚਾਹੁੰਦਾ ਹੈ, ਉਸ ਨੂੰ ਆਪਣੇ ਆਪ ਨੂੰ ਇਲੈਕਸ਼ਨ ਕਮਿਸ਼ਨ ਕੋਲ ਰਜਿਸਟਰਡ ਕਰਵਾਉਣਾ ਪੈਂਦਾ ਹੈ। ਇਹਨਾਂ ਦਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ। 2000 ਤੋਂ ਜ਼ਿਆਦਾ ਪਾਰਟੀਆਂ ਭਾਰਤੀ ਇਲੈਕਸ਼ਨ ਕਮਿਸ਼ਨ ਕੋਲ ਰਾਜਨੀਤਿਕ ਦਲਾਂ ਦੇ ਤੌਰ ਤੇ ਦਰਜ ਹਨ। ਇਸ ਲਈ ਸੌਖ ਲਈ, ਵੋਟਰਾਂ ਦੀ ਸੌਖ ਲਈ ਅਤੇ ਪ੍ਰਸ਼ਾਸਨਿਕ ਸੌਖ ਲਈ ਚੋਣ ਕਮਿਸ਼ਨ ਨੇ ਇਹਨਾਂ ਦੀ ਦਰਜੇਬੰਦੀ ਵੀ ਕੀਤੀ ਹੈ। ਇਸ ਦਰਜੇਬੰਦੀ ਅਨੁਸਾਰ 3 ਅਲੱਗ-ਅਲੱਗ ਸੂਚੀਆਂ ਬਣਾਈਆਂ ਗਈਆਂ ਹਨ ਰਾਜਨੀਤਿਕ ਦਲਾਂ ਦੀਆਂ। ਪਹਿਲੀ ਸੂਚੀ ਵਿੱਚ ਨੈਸ਼ਨਲ ਲੈਵਲ ਵਾਲੇ ਪੋਲੀਟੀਕਲ ਰਾਜਨੀਤਿਕ ਦਲ ਰੱਖੇ ਗਏ ਹਨ। ਦੂਸਰੀ ਸੂਚੀ ਵਿੱਚ ਸਟੇਟ ਲੈਵਲ ਵਾਲੇ ਰਾਜਨੀਤਿਕ ਦਲ ਅਤੇ ਤੀਸਰੀ ਸੂਚੀ ਵਿੱਚ ਉਹ ਰਾਜਨੀਤਿਕ ਦਲ ਹਨ ਜੋ ਰਜਿਸਟਰਡ ਤਾਂ ਹਨ ਪਰ ਉਹਨਾਂ ਨੇ ਕੋਈ ਲੈਵਲ ਪ੍ਰਾਪਤ ਨਹੀਂ ਕੀਤਾ, ਭਾਵ ਉਹਨਾਂ ਦੀ ਜੋ ਪਰਫਾਰਮੈਂਸ ਹੈ ਨੈਸ਼ਨਲ ਲੈਵਲ ਤੇ, ਸਟੇਟ ਲੈਵਲ ਤੇ ਬਹੁਤ ਕਮਜ਼ੋਰ ਹੈ। ਚੋਣ ਕਮਿਸ਼ਨ ਦੁਆਰਾ ਰਾਜਨੀਤਿਕ ਦਲਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਂਦੇ ਨੇ। ਜੋ ਰਾਜਨੀਤਿਕ ਦਲ ਨੇ ਉਹਨਾਂ ਨੂੰ ਪੱਕੇ ਤੌਰ ਤੇ ਚੋਣ ਨਿਸ਼ਾਨ ਅਲਾਟ ਕੀਤੇ ਜਾਂਦੇ ਨੇ। ਜੇ ਕੋਈ ਆਜ਼ਾਦ ਤੌਰ ਤੇ ਵਿਅਕਤੀ ਇਲੈਕਸ਼ਨ ਲੜਨੀ ਚਾਹੁੰਦਾ ਹੈ ਤਾਂ ਉਸ ਨੂੰ ਵੀ ਉਸ ਇਲੈਕਸ਼ਨ ਲਈ ਚੋਣ ਨਿਸ਼ਾਨ ਅਲਾਟ ਕੀਤਾ ਜਾਂਦਾ ਹੈ। ਚੋਣ ਕਮਿਸ਼ਨ ਕੋਲ ਇੱਕ ਲਿਸਟ ਬਣੀ ਹੁੰਦੀ ਹੈ ਚੋਣ ਨਿਸ਼ਾਨਾਂ ਦੀ। ਉਹਨਾਂ ਚੋਣ ਨਿਸ਼ਾਨਾਂ ਦੇ ਵਿੱਚੋਂ ਹੀ ਕਿਸੇ ਪੋਲੀਟੀਕਲ ਪਾਰਟੀ ਨੂੰ ਜਾਂ ਕਿਸੇ ਆਜ਼ਾਦ ਉਮੀਦਵਾਰ ਨੂੰ ਆਪਣਾ ਕੋਈ ਨਿਸ਼ਾਨ ਸਿਲੈਕਟ ਕਰਨਾ ਪੈਂਦਾ ਹੈ। ਬਿਲਕੁਲ ਆਪਣੀ ਇੱਛਾ ਦੇ ਅਨੁਸਾਰ ਕੋਈ ਵਿਅਕਤੀ ਆਪਣਾ ਚੋਣ ਨਿਸ਼ਾਨ ਨਹੀਂ ਰੱਖ ਸਕਦਾ। ਅਗਲਾ ਜੋ ਮਹੱਤਵਪੂਰਨ ਕੰਮ ਹੈ ਚੋਣ ਕਮਿਸ਼ਨ ਦਾ, ਉਹ ਹੈ ਟਾਈਮ ਟੇਬਲ ਬਣਾਉਣਾ, ਸਮਾਂ ਸੂਚੀ ਬਣਾਉਣਾ ਚੋਣਾਂ ਕਰਵਾਉਣ ਲਈ। ਕਿਉਂਕਿ ਭਾਰਤੀ ਚੋਣਾਂ ਦਾ ਜੋ ਪ੍ਰੋਸੈਸ ਹੈ ਬਹੁਤ ਵੱਡਾ ਪ੍ਰੋਸੈਸ ਹੁੰਦਾ ਹੈ। ਸਾਡੀ ਲੋਕ ਸਭਾ ਦੀ ਜੋ ਜਨਰਲ ਇਲੈਕਸ਼ਨ ਹੈ ਉਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੈਟਿਕ ਪ੍ਰੋਸੈਸ ਹੋਣ ਦਾ ਮਾਣ ਪ੍ਰਾਪਤ ਹੈ। ਪਰੰਤੂ ਐਡਾ ਵੱਡਾ ਪ੍ਰੋਸੈਸ ਸਿਰੇ ਚੜਾਉਣ ਲਈ ਬਹੁਤ ਜ਼ਿਆਦਾ ਵਿਉਂਤਬੰਦੀ ਕਰਨੀ ਪੈਂਦੀ ਹੈ, ਕਿਉਂਕਿ ਕਈ ਥਾਵਾਂ ਤੇ ਬਹੁਤ ਜ਼ਿਆਦਾ ਸਟਾਫ ਦੀ ਜ਼ਰੂਰਤ ਪੈਂਦੀ ਹੈ ਜਿੰਨਾ ਉਹਨਾਂ ਥਾਵਾਂ ਤੇ ਅਵੇਲੇਬਲ ਨਹੀਂ ਹੁੰਦਾ। ਵਿਸ਼ੇਸ਼ ਕਰਕੇ ਸੁਰੱਖਿਆ ਦਸਤੇ ਹਰ ਥਾਂ ਤੇ ਲੋਕਲ ਤੌਰ ਤੇ ਉਨੇ ਅਵੇਲੇਬਲ ਨਹੀਂ ਹੁੰਦੇ ਜਿੰਨੇ ਕਿਸੇ ਥਾਂ ਤੇ ਚਾਹੀਦੇ ਹੁੰਦੇ ਨੇ। ਇਸ ਲਈ ਚੋਣ ਆਯੋਗ ਇੱਕ ਟਾਈਮ ਟੇਬਲ ਬਣਾਉਂਦਾ ਹੈ ਕਿ ਕਿਸ ਡੇਟ ਨੂੰ ਕਿਸ ਖੇਤਰ 'ਚ ਚੋਣਾਂ ਪੈਣਗੀਆਂ, ਕਿਸ ਡੇਟ ਨੂੰ ਕਿਸ ਖੇਤਰ 'ਚ ਚੋਣਾਂ ਪੈਣਗੀਆਂ। ਜੋ ਲੇਟੈਸਟ ਇਲੈਕਸ਼ਨਸ ਹੋਈਆਂ ਨੇ 2019 ਦੇ ਵਿੱਚ ਭਾਰਤੀ ਲੋਕ ਸਭਾ ਦੀਆਂ, ਉਸ ਦੌਰਾਨ ਪੂਰੇ ਭਾਰਤ ਦੀ ਇਲੈਕਸ਼ਨ ਨੂੰ 7 ਫੇਜ਼ਾਂ ਦੇ ਵਿੱਚ ਵੰਡਿਆ ਗਿਆ ਸੀ। 7 ਅਲੱਗ-ਅਲੱਗ ਡੇਟਸ ਤੇ 11 ਅਪ੍ਰੈਲ ਤੋਂ ਲੈ ਕੇ 19 ਮਈ ਤੱਕ 2019 ਤੱਕ ਇਹ ਇਲੈਕਸ਼ਨ ਕਰਵਾਈਆਂ ਗਈਆਂ ਸੀ। ਇਹ ਟਾਈਮ ਟੇਬਲ ਤਿਆਰ ਕਰਨਾ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਚੋਣਾਂ ਨੂੰ ਸਾਫ਼ ਸੁਥਰੇ ਤਰੀਕੇ ਨਾਲ ਸਿਰੇ ਚੜਾਉਣ ਲਈ ਇਲੈਕਸ਼ਨ ਕਮਿਸ਼ਨ ਚੋਣ ਜ਼ਾਬਤਾ ਵੀ ਲਾਗੂ ਕਰਦਾ ਹੈ। ਚੋਣ ਜ਼ਾਬਤਾ ਉਹਨਾਂ ਨਿਯਮਾਂ ਦਾ ਇੱਕ ਗਰੁੱਪ ਹੁੰਦਾ ਹੈ, ਇੱਕ ਕਲੈਕਸ਼ਨ ਹੁੰਦੀ ਹੈ ਨਿਯਮਾਂ ਦੀ, ਜਿਹੜੇ ਦੱਸਦੇ ਨੇ ਉਮੀਦਵਾਰਾਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਕਿ ਉਹ ਕੀ ਕਰ ਸਕਦੇ ਨੇ ਅਤੇ ਕੀ ਨਹੀਂ ਕਰ ਸਕਦੇ।
ਤੇ ਜਿਹੜਾ ਵੀ ਕੁਝ ਕੰਮ ਨੇ ਜਿਹੜੇ ਉਹਨਾਂ ਨੂੰ ਪ੍ਰੋਹਿਬਿਟਡ ਹੁੰਦੇ ਨੇ, ਜਿਵੇਂ ਧਾਰਮਿਕ ਥਾਵਾਂ ਤੇ ਚੋਣ ਸਭਾਵਾਂ ਨਹੀਂ ਕੀਤੀਆਂ ਜਾ ਸਕਦੀਆਂ, ਨਸ਼ੇ ਨਹੀਂ ਵੰਡੇ ਜਾ ਸਕਦੇ, ਇੱਕ ਲਿਮਟ ਹੁੰਦੀ ਹੈ ਜਿਸ ਲਿਮਟ ਦੇ ਵਿੱਚ ਖਰਚਾ ਕਰ ਸਕਦੇ ਨੇ। ਇਸ ਕੰਮ ਲਈ ਚੋਣ ਆਯੋਗ ਆਬਜ਼ਰਵਰ ਵੀ ਨਿਯੁਕਤ ਕਰਦਾ ਕਿ ਕੋਈ ਪਾਰਟੀ ਜਾਂ ਕੋਈ ਕੈਂਡੀਡੇਟ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰੇ ਜਿਹੜਾ ਚੋਣ ਜ਼ਾਬਤੇ ਦੀ ਉਲੰਘਣਾ ਹੋਵੇ। ਚੋਣ ਜ਼ਾਬਤੇ ਦੀ ਉਲੰਘਣਾ ਹੋਣ ਤੇ ਉਸ ਵਿਰੁੱਧ ਕਾਰਵਾਈ ਕਰਨ ਦਾ ਕੰਮ ਵੀ ਚੋਣ ਆਯੋਗ ਕਰਦਾ ਹੈ। ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਚੋਣ ਆਯੋਗ ਨੇ ਇੱਕ ਸਿਵਲ ਸੀ-ਵਿਜਿਲ ਐਪ ਬਣਾਈ ਹੈ ਜਿਹੜੀ ਚੋਣ ਜ਼ਾਬਤੇ ਨੂੰ ਲਾਗੂ ਕਰਵਾਉਣ ਨਾਲ ਸੰਬੰਧਿਤ ਹੈ। ਇਸ ਐਪ ਨੂੰ ਡਾਊਨਲੋਡ ਕਰਕੇ ਜਿਹੜੇ ਆਮ ਨਾਗਰਿਕ ਨੇ ਉਹ ਵੀ ਚੋਣ ਕਮਿਸ਼ਨ ਨੂੰ ਰਿਪੋਰਟ ਕਰ ਸਕਦੇ ਨੇ ਕਿ ਕਿਸ ਤੁਹਾਡੇ ਖੇਤਰ ਦੇ ਵਿੱਚ ਕਿਤੇ ਚੋਣ ਜ਼ਾਬਤੇ ਦੀ ਉਲੰਘਣਾ ਤਾਂ ਨਹੀਂ ਹੋ ਰਹੀ, ਜੇ ਹੋ ਰਹੀ ਹੈ ਤਾਂ ਕਿਸ ਤਰ੍ਹਾਂ ਦੀ ਉਲੰਘਣਾ ਹੋ ਰਹੀ ਹੈ। ਸੀ-ਵਿਜਿਲ ਐਪ ਤੋਂ ਜੋ ਡੇਟਾ ਚੋਣ ਆਯੋਗ ਨੂੰ ਮਿਲਦਾ ਹੈ ਉਸ ਦੇ ਆਧਾਰ ਤੇ ਵੀ ਚੋਣ ਆਯੋਗ ਉਚਿਤ ਕਾਰਵਾਈ ਕਰਦਾ ਹੈ। ਚੋਣ ਆਯੋਗ ਕੋਲ ਜਦੋਂ ਇਲੈਕਸ਼ਨ ਕਰਵਾਉਣੀ ਹੁੰਦੀ ਹੈ ਦੋ ਤਰ੍ਹਾਂ ਦਾ ਸਟਾਫ ਹੁੰਦਾ ਹੈ। ਇੱਕ ਥੋੜਾ ਜਿਹਾ ਸਟਾਫ ਚੋਣ ਆਯੋਗ ਦਾ ਆਪਣਾ ਰੈਗੂਲਰ ਸਟਾਫ ਹੁੰਦਾ ਹੈ, ਬਾਕੀ ਬਹੁਤਾ ਸਟਾਫ ਹੋਰ ਪ੍ਰਸ਼ਾਸਨਿਕ ਵਿਭਾਗਾਂ ਦੇ ਵਿੱਚੋਂ, ਸਿੱਖਿਆ ਵਿਭਾਗ ਦੇ ਵਿੱਚੋਂ, ਈਵਨ ਕਿ ਪ੍ਰਾਈਵੇਟ ਖੇਤਰ ਦੇ ਵਿੱਚੋਂ ਵੀ ਲਿਆ ਜਾਂਦਾ ਹੈ। ਪਰੰਤੂ ਜਿੰਨਾ ਚਿਰ ਚੋਣ ਅਮਲਾ ਇਲੈਕਸ਼ਨ ਸਟਾਫ ਚੋਣ ਆਯੋਗ ਦੀ ਡਿਊਟੀ ਕਰਦਾ ਹੈ ਉਹਨਾਂ ਚਿਰ ਉਸ ਸਟਾਫ ਨੂੰ ਚੋਣ ਆਯੋਗ ਕੋਲ ਡੈਪੂਟੇਸ਼ਨ ਤੇ ਸਮਝਿਆ ਜਾਂਦਾ ਹੈ ਤੇ ਪੂਰਾ ਕੰਟਰੋਲ ਹੈ ਜਿਹੜਾ ਉਹਨਾਂ ਅਧਿਕਾਰੀਆਂ ਤੇ ਉਹਨਾਂ ਕਰਮਚਾਰੀਆਂ ਤੇ ਚੋਣ ਆਯੋਗ ਦਾ ਹੁੰਦਾ ਹੈ। ਜੇ ਕੋਈ ਵੀ ਵਿਅਕਤੀ, ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੀ ਚੋਣ ਡਿਊਟੀ ਤੋਂ ਕੁਤਾਹੀ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਿਸ਼ ਵੀ ਚੋਣ ਆਯੋਗ ਕਰਦਾ ਹੈ। ਇਸ ਤਰ੍ਹਾਂ ਤੇ ਜੋ ਸੰਬੰਧਿਤ ਵਿਭਾਗ ਹੈ ਉਹ ਜ਼ਿੰਮੇਵਾਰ ਹੁੰਦਾ ਹੈ ਕਿ ਜੋ ਸਿਫਾਰਿਸ਼ ਚੋਣ ਆਯੋਗ ਨੇ ਕੀਤੀ ਹੈ ਉਸ ਨੂੰ ਅਮਲ ਵਿੱਚ ਲਿਆਵੇ। ਇਸ ਤਰ੍ਹਾਂ ਚੋਣ ਆਯੋਗ ਜੋ ਦੂਸਰੇ ਡਿਪਾਰਟਮੈਂਟਸ ਦੇ ਅਮਲੇ ਦੀ ਵਰਤੋਂ ਕਰਦਾ ਹੈ, ਸਟਾਫ ਦੀ ਵਰਤੋਂ ਕਰਦਾ ਹੈ, ਜਿੰਨਾ ਚਿਰ ਉਹ ਸਟਾਫ ਇਲੈਕਸ਼ਨ ਦੇ ਪ੍ਰੋਸੈਸ ਨਾਲ ਜੁੜਿਆ ਹੋਇਆ ਹੈ ਉਸ ਤੇ ਪੂਰਾ ਕੰਟਰੋਲ ਇਲੈਕਸ਼ਨ ਕਮਿਸ਼ਨ ਦਾ ਹੁੰਦਾ ਹੈ। ਚੋਣ ਆਯੋਗ ਦਾ ਇੱਕ ਬਹੁਤ ਮਹੱਤਵਪੂਰਨ ਕੰਮ ਹੈ ਇਲੈਕਸ਼ਨ ਨਾਲ ਸੰਬੰਧਿਤ ਰਾਜ ਵਿਧਾਨ ਮੰਡਲਾਂ ਦੀਆਂ ਇਲੈਕਸ਼ਨ ਕਰਵਾਉਣੀਆਂ। ਸਾਰੇ ਰਾਜਾਂ ਅਤੇ ਦਿੱਲੀ ਅਤੇ ਪੁਡੂਚੇਰੀ ਜਿੱਥੇ ਕਿ ਵਿਧਾਨ ਸਭਾਵਾਂ ਨੇ, ਇਹਨਾਂ ਦੀਆਂ ਵਿਧਾਨ ਸਭਾਵਾਂ ਦੀ ਇਲੈਕਸ਼ਨ ਕਰਵਾਉਣੀ ਚੋਣ ਆਯੋਗ ਦੀ ਜ਼ਿੰਮੇਵਾਰੀ ਹੈ। ਇਸ ਤੋਂ ਬਿਨਾਂ ਕੁਝ ਸਟੇਟਾਂ ਨੇ ਜਿਵੇਂ ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕਾ, ਮਹਾਰਾਸ਼ਟਰ, ਤੇਲੰਗਾਨਾ ਅਤੇ ਯੂਪੀ, ਇਹਨਾਂ ਦੇ ਵਿੱਚ ਵਿਧਾਨ ਸਭਾ ਦੇ ਨਾਲ ਵਿਧਾਨ ਪਰਿਸ਼ਦ ਵੀ ਮੌਜੂਦ ਹੈ। ਹਰ ਵਿਧਾਨ ਪਰਿਸ਼ਦ ਦੇ ਜੋ ਮੈਂਬਰ ਨੇ ਹਰ 2 ਸਾਲ ਬਾਅਦ 1/3 ਮੈਂਬਰ ਰਿਟਾਇਰ ਹੋ ਜਾਂਦੇ ਨੇ, ਉਹਨਾਂ ਦੀ ਥਾਂ ਤੇ ਨਵੇਂ ਮੈਂਬਰਾਂ ਦੀ ਚੋਣ ਕਰਵਾਉਣੀ ਪੈਂਦੀ ਹੈ। ਇਸ ਤਰ੍ਹਾਂ ਜਿੱਥੇ ਵਿਧਾਨ ਪਰਿਸ਼ਦ ਹੈ ਉੱਥੇ ਹਰ 2 ਸਾਲ ਬਾਅਦ ਵਿਧਾਨ ਪਰਿਸ਼ਦ ਦੀਆਂ ਚੋਣਾਂ ਹੁੰਦੀਆਂ ਨੇ, ਜਿੱਥੇ ਵਿਧਾਨ ਸਭਾ ਹੈ ਉੱਥੇ ਹਰ 5 ਸਾਲ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ। ਇਹਨਾਂ ਚੋਣਾਂ ਨੂੰ ਕੰਪਲੀਟ ਕਰਵਾਉਣ ਦਾ ਕੰਮ ਤੇ ਜ਼ਿੰਮੇਵਾਰੀ ਉਹ ਵੀ ਇਲੈਕਸ਼ਨ ਕਮਿਸ਼ਨ ਦੀ ਹੈ। ਵਿਧਾਨ ਸਭਾ ਵਾਂਗ ਹੀ ਸੰਸਦ ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਵੀ ਇਲੈਕਸ਼ਨ ਕਮਿਸ਼ਨ ਦੀ ਹੈ। ਸਾਡੀ ਲੋਕ ਸਭਾ ਦੀਆਂ 543 ਸੀਟਾਂ ਨੇ ਜਿਨ੍ਹਾਂ ਤੇ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ, ਜਾਂ ਕੋਈ ਸੀਟ ਵਿੱਚ ਵਿਚਾਲੇ ਖਾਲੀ ਹੋ ਜੇ ਤਾਂ ਬਾਈ ਇਲੈਕਸ਼ਨ ਕਰਵਾਈਆਂ ਜਾਂਦੀਆਂ ਨੇ। ਇਸ ਤੋਂ ਬਿਨਾਂ ਰਾਜ ਸਭਾ ਦੀਆਂ 233 ਸੀਟਾਂ ਨੇ ਜਿਹਦੇ 1/3 ਮੈਂਬਰ, ਅਸੀਂ ਕਹਿ ਸਕਦੇ ਹਾਂ ਕਿ 76 ਤੋਂ ਲੈ ਕੇ 78 ਤੱਕ ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇ। ਜਿਹੜੇ ਮੈਂਬਰ ਰਿਟਾਇਰ ਹੁੰਦੇ ਨੇ ਉਹਨਾਂ ਦੀਆਂ ਸੀਟਾਂ ਭਰਨ ਲਈ ਵੀ ਹਰ 2 ਸਾਲ ਬਾਅਦ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਕਰਵਾਈਆਂ ਜਾਂਦੀਆਂ ਨੇ। ਲੋਕ ਸਭਾ ਦੀ ਕੋਈ ਚੋਣ ਹੋਵੇ ਜਾਂ ਰਾਜ ਸਭਾ ਦੀ ਕੋਈ ਚੋਣ ਹੋਵੇ, ਹਰ ਤਰ੍ਹਾਂ ਦੀ ਚੋਣ ਕੰਡਕਟ ਕਰਵਾਉਣ ਦਾ, ਸਿਰੇ ਚੜਾਉਣ ਦਾ ਕੰਮ ਤੇ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਦੀ ਹੈ। ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਕੰਡਕਟ ਕਰਵਾਉਣ ਦੀ ਜ਼ਿੰਮੇਵਾਰੀ ਉਹ ਵੀ ਸਾਡੇ ਚੋਣ ਆਯੋਗ ਦੀ ਹੈ। ਵੋਟਰ ਸੂਚੀਆਂ ਤਿਆਰ ਕਰਨ ਤੋਂ ਲੈ ਕੇ ਰਿਜ਼ਲਟ ਡਿਕਲੇਅਰ ਕਰਨ ਤੱਕ ਦੀਆਂ ਸਾਰੀਆਂ ਜੋ ਜ਼ਿੰਮੇਵਾਰੀਆਂ ਨੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਇਲੈਕਸ਼ਨ ਨਾਲ ਸੰਬੰਧਿਤ, ਉਹ ਭਾਰਤ ਦੇ ਚੋਣ ਆਯੋਗ ਦੇ ਸਿਰ ਤੇ ਨੇ। ਜਦੋਂ ਚੋਣ ਅਮਲ ਪੂਰਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਨ ਦਾ ਕੰਮ ਅਤੇ ਨਤੀਜੇ ਐਲਾਨ ਕਰਨ ਦਾ ਕੰਮ ਇਹ ਵੀ ਚੋਣ ਆਯੋਗ ਦਾ ਹੈ। ਚੋਣ ਆਯੋਗ ਡੈਪੂਟੇਸ਼ਨ ਤੇ ਸਟਾਫ ਲੈਂਦਾ ਹੈ ਦੂਸਰੇ ਡਿਪਾਰਟਮੈਂਟਸ ਤੋਂ, ਉਹਨਾਂ ਨੂੰ ਟ੍ਰੇਨਿੰਗ ਦਿੰਦਾ ਹੈ ਕਿ ਕਿਸ ਤਰ੍ਹਾਂ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ, ਕਿਸ ਤਰ੍ਹਾਂ ਨਤੀਜਾ ਡਿਕਲੇਅਰ ਕੀਤਾ ਜਾਣਾ ਹੈ। ਇਸ ਤਰ੍ਹਾਂ ਜੋ ਆਖਰੀ ਪ੍ਰੋਸੈਸ ਹੈ ਨਤੀਜੇ ਐਲਾਨਣ ਤੱਕ ਦਾ, ਉਸ ਤੱਕ ਜਿਹੜੀਆਂ ਇਲੈਕਸ਼ਨ ਚੋਣ ਕਮਿਸ਼ਨ ਕਰਵਾਉਂਦਾ ਹੈ, ਰਾਜਾਂ ਦੇ ਵਿਧਾਨ ਮੰਡਲ, ਸੰਸਦ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ, ਇਹ ਸਾਰੀਆਂ ਸੰਸਥਾਵਾਂ ਲਈ ਜੋ ਇਲੈਕਸ਼ਨਸ ਨੇ ਉਹਨਾਂ ਦੀ ਲਈ ਵੋਟਾਂ ਦੀ ਗਿਣਤੀ ਅਤੇ ਰਿਜ਼ਲਟ ਡਿਕਲੇਅਰ ਕਰਨ ਦੀ ਜ਼ਿੰਮੇਵਾਰੀ ਵੀ ਇਲੈਕਸ਼ਨ ਕਮਿਸ਼ਨ ਦੀ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 102 ਅਤੇ 191 ਵਿੱਚ ਸੰਸਦ ਅਤੇ ਰਾਜ ਵਿਧਾਨ ਮੰਡਲਾਂ ਦੇ ਮੈਂਬਰਾਂ ਦੀਆਂ ਅਯੋਗਤਾਵਾਂ ਦਾ ਵਰਣਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਮੈਂਬਰ ਵਿੱਚ ਉਹ ਅਯੋਗਤਾ ਆ ਜਾਵੇ ਤਾਂ ਉਹ ਮੈਂਬਰ ਹਾਊਸ ਦਾ ਮੈਂਬਰ ਬਣੇ ਰਹਿਣ ਦੇ ਅਯੋਗ ਹੋ ਜਾਂਦਾ ਹੈ। ਇਹ ਫੈਸਲਾ ਹੈ ਜਿਹੜਾ ਸੰਸਦ ਦੇ ਮੈਂਬਰਾਂ ਦੇ ਸਬੰਧ ਵਿੱਚ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ ਅਤੇ ਰਾਜ ਵਿਧਾਨ ਮੰਡਲ ਦੇ ਮੈਂਬਰਾਂ ਦੇ ਸਬੰਧ ਵਿੱਚ ਰਾਜਪਾਲ ਦੁਆਰਾ ਕੀਤਾ ਜਾਂਦਾ ਹੈ।
परंतु राष्ट्रपति ਜਾਂ ਰਾਜਪਾਲ ਇਹ ਫੈਸਲਾ ਆਪਣੇ ਆਪ ਨਹੀਂ ਕਰ ਸਕਦੇ। ਇਹ ਫੈਸਲਾ ਇਲੈਕਸ਼ਨ ਕਮਿਸ਼ਨ ਦੀ ਸਲਾਹ ਦੇ ਅਨੁਸਾਰ ਹੀ ਕਰ ਸਕਦੇ ਨੇ। ਬਾਕੀ ਦੇ ਬਹੁਤੇ ਕੰਮ ਨੇ ਜਿਹੜੇ ਲਗਭਗ ਸਾਰੇ ਕੰਮ ਰਾਸ਼ਟਰਪਤੀ ਅਤੇ ਰਾਜਪਾਲ ਆਪਣੀ ਮੰਤਰੀ ਪਰਿਸ਼ਦ ਦੀ ਸਲਾਹ ਅਨੁਸਾਰ ਕਰਦੇ ਨੇ, ਪਰ ਇਹ ਕਾਰਜ ਹੈ ਜੋ ਰਾਸ਼ਟਰਪਤੀ ਦਾ ਅਤੇ ਰਾਜਪਾਲ ਦਾ ਇਹ ਕੇਵਲ ਤੇ ਕੇਵਲ ਇਲੈਕਸ਼ਨ ਕਮਿਸ਼ਨ ਦੀ ਸਲਾਹ ਦੇ ਅਨੁਸਾਰ ਹੀ ਕੀਤਾ ਜਾ ਸਕਦਾ ਹੈ। ਇਲੈਕਸ਼ਨ ਕਮਿਸ਼ਨ ਜੇ ਸਿਫਾਰਿਸ਼ ਕਰੇ ਕਿ ਹਾਂ ਕੋਈ ਮੈਂਬਰ ਅਯੋਗ ਹੋ ਗਿਆ ਹੈ ਤਾਂ ਹੀ ਉਸ ਮੈਂਬਰ ਨੂੰ ਰਾਸ਼ਟਰਪਤੀ ਜਾਂ ਰਾਜਪਾਲ ਦੁਆਰਾ ਅਯੋਗ ਡਿਕਲੇਅਰ ਕਰਕੇ ਉਸ ਦੀ ਸੀਟ ਖਾਲੀ ਕਰਾਰ ਦਿੱਤੀ ਜਾ ਸਕਦੀ ਹੈ। ਚੋਣ ਆਯੋਗ ਦੀਆਂ ਜ਼ਿੰਮੇਵਾਰੀਆਂ, ਚੋਣ ਆਯੋਗ ਦੇ ਕਾਰਜ ਬਹੁਮੁਖੀ ਹਨ, ਬਹੁਪੱਖੀ ਹਨ। ਇੱਕ ਇਸ ਤਰ੍ਹਾਂ ਦੀ ਆਰਥਿਕਤਾ ਵਿੱਚ, ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਕਰਪਸ਼ਨ ਵੀ ਫੈਲੀ ਹੋਈ ਹੋਵੇ, ਜਿੱਥੇ ਲੋਕ ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਵੰਡੇ ਹੋਏ ਹੋਣ, ਜਿੱਥੇ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਲੋਕਾਂ ਨੂੰ ਬਰਾਈਬ ਕਰਨ ਦੀ ਕੋਸ਼ਿਸ਼ ਕਰਦੀਆਂ ਹੋਣ, ਨਸ਼ੇ ਵੰਡਣ ਦੀ ਕੋਸ਼ਿਸ਼ ਕਰਦੀਆਂ ਹੋਣ, ਜਿੱਥੇ ਇੱਕ ਆਫੀਸ਼ੀਅਲ ਇਕਨੋਮੀ ਦੇ ਬਰਾਬਰ ਦੀ ਇਕਨੋਮੀ, ਪੈਰਲਲ ਇਕਨੋਮੀ, ਕਾਲੀ ਇਕਨੋਮੀ ਚੱਲਦੀ ਹੋਵੇ, ਕਾਲੀ ਅਰਥ ਵਿਵਸਥਾ ਚੱਲਦੀ ਹੋਵੇ, ਉਸ ਤਰ੍ਹਾਂ ਦੇ ਪ੍ਰਬੰਧ ਦੇ ਵਿੱਚ ਸਾਫ਼ ਸੁਥਰੀਆਂ ਚੋਣਾਂ ਕਰਵਾਉਣੀਆਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡਾ ਚੈਲੰਜ ਹੈ। ਪਰੰਤੂ ਹੁਣ ਤੱਕ ਦੀਆਂ ਜੋ ਇਲੈਕਸ਼ਨ ਹੋਈਆਂ ਨੇ, ਅਸੀਂ ਕਹਿ ਸਕਦੇ ਕਿ ਚੋਣ ਕਮਿਸ਼ਨ ਨੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਬਾਖੂਬੀ ਨਿਭਾਇਆ ਹੈ। ਇਸੇ ਕਰਕੇ ਹੀ ਭਾਰਤੀ ਲੋਕਾਂ ਦਾ ਅਜੇ ਤੱਕ ਚੋਣ ਕਮਿਸ਼ਨ ਦੇ ਵਿੱਚ, ਚੋਣ ਪ੍ਰੋਸੈਸ ਦੇ ਵਿੱਚ ਅਤੇ ਅਖੀਰ ਦੇ ਵਿੱਚ ਲੋਕਤੰਤਰ ਦੇ ਵਿੱਚ ਭਰੋਸਾ ਹੈ ਜੋ ਉਹ ਅਜੇ ਤੱਕ ਬਹਾਲ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।